ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡੀ ਆਪਣੀ ਮੈਂਟਰ ਵਾਈਜੀ ਕੋਚਿੰਗ ਤੋਂ। ਕੀ ਤੁਹਾਡੇ ਨਾਲ ਵੀ ਇੰਝ ਹੁੰਦਾ ਹੈ ਕਿ ਸੀਟੀਟੀ ਪੇਪਰ 2 ਦੀ ਤਿਆਰੀ ਲਈ ਐਨਸੀਈਆਰਟੀ ਦੀਆਂ 6ਵੀਂ, 7ਵੀਂ ਤੇ 8ਵੀਂ ਦੀਆਂ ਕਿਤਾਬਾਂ ਲਾਈਨ ਬਾਈ ਲਾਈਨ ਪੜ੍ਹਨ ਤੋਂ ਬਾਅਦ ਵੀ ਵਿਸ਼ਵਾਸ ਨਹੀਂ ਬਣ ਪਾ ਰਿਹਾ? ਜੇ ਹਾਂ, ਤਾਂ 1 ਮਿੰਟ ਲਈ ਰੁਕੋ। ਅੱਜ ਆਪਾਂ ਉਹਨਾਂ 10 ਸਭ ਤੋਂ ਖਾਸ ਵਿਸ਼ਿਆਂ ਦੀ ਗੱਲ ਕਰਾਂਗੇ ਜਿੱਥੋਂ ਸਵਾਲ ਬਣਨਾ ਲਗਭਗ ਤੈਅ ਹੁੰਦਾ ਹੈ ਤੇ ਜਿਨ੍ਹਾਂ ਤੇ ਧਿਆਨ ਦੇ ਕੇ 20 ਤੋਂ ਵੱਧ ਅੰਕ ਆਸਾਨੀ ਨਾਲ ਪੱਕੇ ਕੀਤੇ ਜਾ ਸਕਦੇ ਨੇ। ਸੀਟੈਟ ਦਾ ਸਾਇੰਸ ਸਿਲੇਬਸ ਇੱਕ ਬਹੁਤ ਵੱਡੇ ਸਮੁੰਦਰ ਵਾਂਗ ਲੱਗਦਾ ਹੈ ਨਾ? ਇੱਕ ਪਾਸੇ ਫਿਜ਼ਿਕਸ ਦੇ ਔਖੇ ਸੰਕਲਪ, ਦੂਜੇ ਪਾਸੇ ਕੈਮਿਸਟਰੀ ਦੀਆਂ ਪ੍ਰਤੀਕ੍ਰਿਆਵਾਂ ਤੇ ਫਿਰ ਬਾਇਓਲੋਜੀ ਦੀਆਂ ਬਾਰੀਕੀਆਂ। ਇਹ ਸਭ ਮਿਲ ਕੇ ਇੱਕ ਇਹੋ ਜਿਹੀ ਉਲਝਣ ਪੈਦਾ ਕਰਦੇ ਨੇ ਕਿ ਸਮਝ ਹੀ ਨਹੀਂ ਆਉਂਦਾ ਕਿ ਸ਼ੁਰੂ ਕਿੱਥੋਂ ਕਰੀਏ ਤੇ ਕੀ ਛੱਡੀਏ। ਆਮ ਤੌਰ ਤੇ ਸਟੂਡੈਂਟਸ ਕੀ ਕਰਦੇ ਨੇ, ਉਹ ਹਰ ਇੱਕ ਲਾਈਨ ਪੜ੍ਹਨ ਦੀ ਕੋਸ਼ਿਸ਼ ਕਰਦੇ ਨੇ। ਇਸ ਨਾਲ ਹੁੰਦਾ ਕੀ ਹੈ, ਜ਼ਰੂਰੀ ਤੇ ਗੈਰ ਜ਼ਰੂਰੀ ਤੱਥਾਂ ਵਿੱਚ ਫਰਕ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਨਤੀਜਾ ਇਹ ਨਿਕਲਦਾ ਹੈ ਕਿ ਪੇਪਰ ਵਿੱਚ ਬੈਠ ਕੇ ਅਸਲ ਚੀਜ਼ਾਂ ਯਾਦ ਹੀ ਨਹੀਂ ਰਹਿੰਦੀਆਂ। ਦੇਖੋ, ਇਹ ਸਖਤ ਮਿਹਨਤ ਤਾਂ ਹੈ, ਪਰ ਸਮਾਰਟ ਵਰਕ ਬਿਲਕੁਲ ਨਹੀਂ। ਇਹ ਸਿਰਫ ਇੱਕ ਕਲਪਨਾ ਨਹੀਂ ਹੈ। ਪਿਛਲੇ 10 ਸਾਲਾਂ ਦੇ ਪ੍ਰਸ਼ਨ ਪੱਤਰਾਂ ਨੂੰ ਜਦੋਂ ਡੂੰਘਾਈ ਨਾਲ ਦੇਖਿਆ ਜਾਂਦਾ ਹੈ ਤਾਂ ਇੱਕ ਸਾਫ਼ ਪੈਟਰਨ ਨਜ਼ਰ ਆਉਂਦਾ ਹੈ। ਪੇਪਰ ਬਣਾਉਣ ਵਾਲੇ ਵਾਰ-ਵਾਰ ਕੁਝ ਚੋਣਵੀਂ ਵਿਸ਼ਿਆਂ ਤੇ ਹੀ ਜ਼ੋਰ ਦਿੰਦੇ ਨੇ। ਆਓ ਉਹਨਾਂ ਖਜ਼ਾਨੇ ਵਾਲੇ ਟਾਪੂਆਂ ਯਾਨੀ ਕਿ ਉਹਨਾਂ ਮਹੱਤਵਪੂਰਨ ਵਿਸ਼ਿਆਂ ਨੂੰ ਇੱਕ-ਇੱਕ ਕਰਕੇ ਸਮਝੀਏ। ਚਲੋ ਸ਼ੁਰੂਆਤ ਕਰਦੇ ਹਾਂ ਫਿਜ਼ਿਕਸ ਯਾਨੀ ਕਿ ਭੌਤਿਕ ਵਿਗਿਆਨ ਨਾਲ। ਇਹ ਉਹ ਵਿਸ਼ਾ ਹੈ ਜਿਸ ਤੋਂ ਬਹੁਤ ਸਾਰੇ ਸਟੂਡੈਂਟਸ ਘਬਰਾਉਂਦੇ ਹਨ, ਪਰ ਚੰਗੀ ਖਬਰ ਇਹ ਹੈ ਕਿ ਇੱਥੇ ਸਿਰਫ 3 ਹੀ ਅਜਿਹੇ ਵਿਸ਼ੇ ਹਨ ਜੋ ਪਰੀਖਿਅਕ ਦੇ ਮਨਪਸੰਦ ਹਨ। ਸਭ ਤੋਂ ਪਹਿਲਾ ਅਤੇ ਸਭ ਤੋਂ ਜ਼ਰੂਰੀ ਵਿਸ਼ਾ ਹੈ ਲਾਈਟ, ਜਿਸ ਨੂੰ ਆਪਾਂ ਪ੍ਰਕਾਸ਼ ਕਹਿੰਦੇ ਹਾਂ। ਇਸ ਦੇ ਅੰਦਰ 2 ਮੁੱਖ ਚੀਜ਼ਾਂ ਸਮਝਣੀਆਂ ਨੇ। ਇੱਕ ਹੈ ਮਿਰਰ ਯਾਨੀ ਦਰਪਣ ਅਤੇ ਦੂਜਾ ਹੈ ਲੈਂਸ। ਬਸ ਇਹ ਸਮਝਣਾ ਪਵੇਗਾ ਕਿ ਦੋਵੇਂ ਕਿਸ ਸਿਧਾਂਤ ਤੇ ਕੰਮ ਕਰਦੇ ਹਨ। ਇਹਨਾਂ ਵਿੱਚ ਮੁੱਖ ਫਰਕ ਬਹੁਤ ਸੌਖਾ ਹੈ। ਦੇਖੋ, ਦਰਪਣ ਵਿੱਚ ਰੋਸ਼ਨੀ ਇੱਕ ਸਤ੍ਹਾ ਨਾਲ ਟਕਰਾ ਕੇ ਵਾਪਸ ਮੁੜ ਜਾਂਦੀ ਹੈ। ਇਸ ਪ੍ਰਕਿਰਿਆ ਨੂੰ ਕਹਿੰਦੇ ਨੇ ਪ੍ਰਕਾਸ਼ ਦਾ ਪਰਾਵਰਤਨ ਜਾਂ ਅੰਗਰੇਜ਼ੀ ਵਿੱਚ ਰਿਫਲੈਕਸ਼ਨ। ਦੂਜੇ ਪਾਸੇ ਲੈਂਸ ਵਿੱਚੋਂ ਰੋਸ਼ਨੀ ਆਰ-ਪਾਰ ਲੰਘ ਜਾਂਦੀ ਹੈ, ਪਰ ਆਪਣੇ ਰਸਤੇ ਤੋਂ ਥੋੜਾ ਮੁੜ ਜਾਂਦੀ ਹੈ। ਇਸ ਨੂੰ ਕਹਿੰਦੇ ਆ ਪ੍ਰਕਾਸ਼ ਦਾ ਅਪਵਰਤਨ ਜਾਂ ਅੰਗਰੇਜ਼ੀ ਵਿੱਚ ਰਿਫਰੈਕਸ਼ਨ। ਬਸ ਇੰਨਾ ਹੀ ਫਰਕ ਹੈ। ਇੱਕ ਗੱਲ ਪੱਲੇ ਬੰਨ੍ਹ ਲਓ, ਸੀਟੈਟ ਕਦੇ ਪਰਿਭਾਸ਼ਾਵਾਂ ਨਹੀਂ ਪੁੱਛਦਾ। ਉਹ ਪੁੱਛਦਾ ਹੈ ਕਿ ਇਹਨਾਂ ਦੀ ਵਰਤੋਂ ਅਸਲ ਜ਼ਿੰਦਗੀ ਵਿੱਚ ਕਿੱਥੇ ਹੁੰਦੀ ਹੈ। ਜਿਵੇਂ ਦੰਦਾਂ ਦਾ ਡਾਕਟਰ ਦੰਦ ਨੂੰ ਵੱਡਾ ਕਰਕੇ ਦੇਖਣ ਲਈ ਕਿਹੜਾ ਦਰਪਣ ਵਰਤਦਾ ਹੈ? ਜਵਾਬ ਹੈ ਕਨਕੇਵ ਯਾਨੀ ਅਵਤਲ ਦਰਪਣ। ਇਸੇ ਤਰ੍ਹਾਂ ਕਾਰਾਂ ਦੇ ਸਾਈਡ ਮਿਰਰਾਂ ਵਿੱਚ ਕਨਵੈਕਸ ਯਾਨੀ ਉੱਤਲ ਦਰਪਣ ਲੱਗਿਆ ਹੁੰਦਾ ਹੈ ਤਾਂ ਜੋ ਪਿੱਛੇ ਦਾ ਜ਼ਿਆਦਾ ਇਲਾਕਾ ਦਿਖਾਈ ਦੇ ਸਕੇ। ਹੁਣ ਆਉਂਦੀ ਹੈ ਇੱਕ ਜਾਦੂ ਦੀ ਗੱਲ, ਇੱਕ ਇਹੋ ਜਿਹਾ ਨਿਯਮ ਜੋ ਸਾਰੀ ਉਲਝਣ ਦੂਰ ਕਰ ਦੇਵੇਗਾ। ਬਸ ਇੰਨਾ ਯਾਦ ਰੱਖੋ, ਜੋ ਕੰਮ ਇੱਕ ਕਨਕੇਵ ਦਰਪਣ ਕਰਦਾ ਹੈ ਉਹੀ ਕੰਮ ਇੱਕ ਕਨਵੈਕਸ ਲੈਂਸ ਕਰੇਗਾ, ਤੇ ਜੋ ਕੰਮ ਇੱਕ ਕਨਵੈਕਸ ਦਰਪਣ ਕਰਦਾ ਹੈ ਠੀਕ ਉਹੀ ਕੰਮ ਇੱਕ ਕਨਕੇਵ ਲੈਂਸ ਕਰੇਗਾ। ਇਹ ਇੱਕ ਲਾਈਨ ਤੁਹਾਨੂੰ ਪੇਪਰ ਵਿੱਚ 1 ਨੰਬਰ ਦਿਵਾ ਸਕਦੀ ਹੈ। ਠਹਿਰੋ, ਵੀਡੀਓ ਤਾਂ ਤੁਸੀਂ ਪੂਰੀ ਦੇਖ ਲਵੋਗੇ, ਪਰ ਬਿਨਾਂ ਨੋਟਸ ਤੋਂ ਇਹ ਸਾਰੇ ਟੌਪਿਕਸ ਦਿਮਾਗ ਵਿੱਚੋਂ ਨਿਕਲ ਜਾਣਗੇ। ਇਸ ਲਈ ਵਾਈਜੀ ਕੋਚਿੰਗ ਦੇ ਬਿਹਤਰੀਨ ਨੋਟਸ ਅਤੇ ਟੈਸਟ ਸੀਰੀਜ਼ ਖਰੀਦਣ ਲਈ ਹੁਣੇ 9653816752 ਤੇ ਕਾਲ ਜਾਂ WhatsApp ਕਰੋ ਜੀ। ਫਿਜ਼ਿਕਸ ਦਾ ਦੂਜਾ ਅਹਿਮ ਵਿਸ਼ਾ ਹੈ ਇਲੈਕਟ੍ਰਿਸਿਟੀ ਯਾਨੀ ਬਿਜਲੀ। ਘਬਰਾਉਣ ਦੀ ਬਿਲਕੁਲ ਲੋੜ ਨਹੀਂ। ਸੀਟੀਐਟ ਵਿੱਚ ਕੋਈ ਔਖੇ ਗਣਿਤ ਦੇ ਸਵਾਲ ਨਹੀਂ ਆਉਣ ਵਾਲੇ। ਇੱਥੇ ਸਿਰਫ ਬੁਨਿਆਦੀ ਗੱਲਾਂ ਤੇ ਧਿਆਨ ਦੇਣਾ ਹੈ, ਜਿਵੇਂ ਕਿ ਕੰਡਕਟਰ ਭਾਵ ਸੁਚਾਲਕ ਅਤੇ ਇਨਸੂਲੇਟਰ ਭਾਵ ਕੁਚਾਲਕ ਵਿੱਚ ਕੀ ਫਰਕ ਹੁੰਦਾ ਹੈ। ਬਸ ਤੁਹਾਨੂੰ ਉਹਨਾਂ ਦੀਆਂ ਉਦਾਹਰਣਾਂ ਪਛਾਣਨ ਲਈ ਕਿਹਾ ਜਾਵੇਗਾ। ਤੇ ਫਿਜ਼ਿਕਸ ਦਾ ਤੀਜਾ ਮਹੱਤਵਪੂਰਨ ਵਿਸ਼ਾ ਹੈ ਮੋਸ਼ਨ ਅਤੇ ਫ੍ਰਿਕਸ਼ਨ ਯਾਨੀ ਗਤੀ ਅਤੇ ਰਗੜ। ਇੱਥੇ ਕੇਂਦਰੀ ਸਵਾਲ ਹਮੇਸ਼ਾ ਇਹ ਬਣਦਾ ਹੈ ਕਿ ਰਗੜ ਸਾਡੀ ਦੋਸਤ ਹੈ ਜਾਂ ਦੁਸ਼ਮਣ, ਤੇ ਜਵਾਬ ਹੈ ਇਹ ਦੋਵੇਂ ਹੀ ਹੈ। ਜਿਵੇਂ ਕਿ ਆਪਾਂ ਤੁਰ ਸਕਦੇ ਹਾਂ ਕਿਉਂਕਿ ਰਗੜ ਹੈ ਤਾਂ ਇਹ ਦੋਸਤ ਹੋਈ, ਪਰ ਇਹੀ ਰਗੜ ਚੀਜ਼ਾਂ ਦੀ ਗਤੀ ਨੂੰ ਰੋਕਦੀ ਹੈ ਤਾਂ ਦੁਸ਼ਮਣ ਵੀ ਹੋਈ। ਤੇ ਹਾਂ, ਕੈਰਮ ਬੋਰਡ ਤੇ ਪਾਊਡਰ ਛਿੜਕਣਾ ਰਗੜ ਨੂੰ ਘਟਾਉਣ ਦੀ ਇੱਕ ਬਹੁਤ ਵਧੀਆ ਉਦਾਹਰਣ ਹੈ। ਚਲੋ ਹੁਣ ਚੱਲਦੇ ਹਾਂ ਕੈਮਿਸਟਰੀ ਯਾਨੀ ਕਿ ਰਸਾਇਣ ਵਿਗਿਆਨ ਵੱਲ। ਇੱਥੇ 2 ਸਭ ਤੋਂ ਮਹੱਤਵਪੂਰਨ ਵਿਸ਼ੇ ਹਨ। ਯਾਦ ਰੱਖਣਾ, ਇੱਥੇ ਰੱਟਾ ਨਹੀਂ ਸਗੋਂ ਚੀਜ਼ਾਂ ਦੇ ਪਿੱਛੇ ਦਾ ਤਰਕ ਸਮਝਣਾ ਜ਼ਰੂਰੀ ਹੈ। ਚੌਥਾ ਵਿਸ਼ਾ ਹੈ ਐਸਿਡ, ਬੇਸ ਅਤੇ ਸਾਲਟ ਯਾਨੀ ਤੇਜ਼ਾਬ, ਖਾਰ ਅਤੇ ਲੂਣ। ਇਸ ਵਿੱਚੋਂ ਸਭ ਤੋਂ ਜ਼ਰੂਰੀ ਸੰਕਲਪ ਹੈ ਇੰਡੀਕੇਟਰ, ਜਿਸ ਨੂੰ ਆਪਾਂ ਸੂਚਕ ਕਹਿੰਦੇ ਹਾਂ। ਇਸ ਦੀ ਸਭ ਤੋਂ ਵਧੀਆ ਉਦਾਹਰਣ ਹੈ ਹਲਦੀ ਦਾ ਦਾਗ। ਜਦੋਂ ਕਿਸੇ ਕੱਪੜੇ ਤੇ ਹਲਦੀ ਦਾ ਪੀਲਾ ਦਾਗ ਲੱਗ ਜਾਵੇ ਤੇ ਉਸ ਤੇ ਸਾਬੁਣ ਲਗਾਓ ਤਾਂ ਉਹ ਲਾਲ ਹੋ ਜਾਂਦਾ ਹੈ। ਕਿਉਂ?
ਕਿਉਂਕਿ ਸਾਬੁਨ ਇੱਕ ਬੇਸ ਯਾਨੀ ਖਾਰ ਹੁੰਦਾ ਹੈ ਤੇ ਹਲਦੀ ਇੱਕ ਕੁਦਰਤੀ ਸੂਚਕ ਹੈ ਜੋ ਬੇਸ ਦੇ ਸੰਪਰਕ ਵਿੱਚ ਆਉਂਦਿਆਂ ਹੀ ਲਾਲ ਹੋ ਜਾਂਦੀ ਹੈ। ਦੇਖਿਆ ਕਿੰਨਾ ਸੌਖਾ ਹੈ। ਕੈਮਿਸਟਰੀ ਦਾ 5ਵਾਂ ਵਿਸ਼ਾ ਹੈ ਮੈਟਲਸ ਅਤੇ ਨਾਨ ਮੈਟਲਸ ਯਾਨੀ ਧਾਤਾਂ ਅਤੇ ਅਧਾਤਾਂ। ਇੱਥੇ ਕੁਝ ਖਾਸ ਤੱਤ ਨੇ ਜੋ ਸਿੱਧਾ ਪੇਪਰ 'ਚ ਆਉਂਦੇ ਨੇ। ਧਿਆਨ ਨਾਲ ਸੁਣਨਾ। ਪਹਿਲਾ, ਸੋਡੀਅਮ ਨੂੰ ਮਿੱਟੀ ਦੇ ਤੇਲ ਵਿੱਚ ਰੱਖਿਆ ਜਾਂਦਾ ਹੈ ਜਦਕਿ ਫਾਸਫੋਰਸ ਨੂੰ ਪਾਣੀ ਵਿੱਚ। ਦੂਜਾ, ਪੌਪ ਸਾਊਂਡ ਟੈਸਟ ਹਮੇਸ਼ਾ ਹਾਈਡਰੋਜਨ ਗੈਸ ਦੀ ਨਿਸ਼ਾਨੀ ਹੁੰਦਾ ਹੈ। ਤੇ ਤੀਜਾ, ਜਦੋਂ ਕੀੜੀ ਕੱਟਦੀ ਹੈ ਤਾਂ ਉਹ ਸਾਡੇ ਸਰੀਰ 'ਚ ਫਾਰਮਿਕ ਐਸਿਡ ਛੱਡਦੀ ਹੈ। ਜਲਨ ਨੂੰ ਸ਼ਾਂਤ ਕਰਨ ਲਈ ਆਪਾਂ ਬੇਕਿੰਗ ਸੋਡਾ, ਜੋ ਕਿ ਇੱਕ ਬੇਸ ਹੈ, ਲਗਾਉਂਦੇ ਹਾਂ ਜੋ ਉਸ ਐਸਿਡ ਨੂੰ ਨਿਊਟਰਲਾਈਜ਼ ਕਰ ਦਿੰਦਾ ਹੈ। ਤੇ ਹੁਣ ਵਾਰੀ ਹੈ ਉਸ ਹਿੱਸੇ ਦੀ ਜਿੱਥੋਂ ਸਭ ਤੋਂ ਵੱਧ ਸਵਾਲ ਬਣਦੇ ਨੇ, ਬਾਇਓਲੋਜੀ ਯਾਨੀ ਕਿ ਜੀਵ ਵਿਗਿਆਨ। ਇਸ ਵਿੱਚ 5 ਅਜਿਹੇ ਵਿਸ਼ੇ ਨੇ ਜਿਨ੍ਹਾਂ ਨੂੰ ਤੁਸੀਂ ਬਿਲਕੁਲ ਵੀ ਨਜ਼ਰਅੰਦਾਜ਼ ਨਹੀਂ ਕਰ ਸਕਦੇ। ਆਓ ਹਰ ਇੱਕ ਨੂੰ ਧਿਆਨ ਨਾਲ ਦੇਖੀਏ। ਤਾਂ ਬਾਇਓਲੋਜੀ ਦੇ ਮੁੱਖ ਵਿਸ਼ੇ ਇਸ ਤਰ੍ਹਾਂ ਨੇ। 6ਵਾਂ ਹੈ ਭੋਜਨ ਯਾਨੀ ਫੂਡ, ਜਿੱਥੇ ਵਿਟਾਮਿਨ ਤੇ ਉਹਨਾਂ ਦੀ ਕਮੀ ਨਾਲ ਹੋਣ ਵਾਲੀਆਂ ਬਿਮਾਰੀਆਂ ਤੇ ਧਿਆਨ ਦੇਣਾ ਹੈ। 7ਵਾਂ ਹੈ ਮਨੁੱਖੀ ਸਰੀਰ ਯਾਨੀ ਹਿਊਮਨ ਬਾਡੀ, ਜਿਸ ਵਿੱਚ ਪਾਚਨ ਪ੍ਰਣਾਲੀ ਦਾ ਸਹੀ ਕ੍ਰਮ ਤੇ ਦਿਲ ਦੇ ਕੰਮ ਬਹੁਤ ਜ਼ਰੂਰੀ ਨੇ। 8ਵਾਂ ਹੈ ਪੌਦੇ ਯਾਨੀ ਪਲਾਂਟਸ, ਜਿਸ ਵਿੱਚ ਫੁੱਲਾਂ ਦੇ ਹਿੱਸੇ ਅਤੇ ਪ੍ਰਕਾਸ਼ ਸੰਸ਼ਲੇਸ਼ਣ ਯਾਨੀ ਫੋਟੋਸਿੰਥੇਸਿਸ ਨੂੰ ਸਮਝਣਾ ਹੈ। 9ਵਾਂ ਹੈ ਪਦਾਰਥਾਂ ਨੂੰ ਵੱਖ ਕਰਨਾ ਯਾਨੀ ਸੈਪਰੇਸ਼ਨ ਆਫ ਸਬਸਟੈਂਸਸ, ਜਿਵੇਂ ਵਿਨੋਇੰਗ ਦੀ ਪ੍ਰਕਿਰਿਆ। ਅਤੇ 10ਵਾਂ ਹੈ ਸੂਖਮ ਜੀਵ ਯਾਨੀ ਮਾਈਕਰੋ ਆਰਗੇਨਿਜ਼ਮਸ ਤੇ ਉਹਨਾਂ ਦਾ ਵਰਗੀਕਰਨ, ਜਿਵੇਂ ਦਹੀਂ ਬਣਾਉਣ ਵਾਲਾ ਲੈਕਟੋਬੈਸਿਲਸ ਬੈਕਟੀਰੀਆ। ਪੌਦਿਆਂ ਦੇ ਵਿਸ਼ੇ ਵਿੱਚੋਂ ਇੱਕ ਸਵਾਲ ਹੈ ਜੋ ਪ੍ਰੇਖਕ ਦਾ ਮਨਪਸੰਦ ਹੈ, ਪਿਚਰ ਪਲਾਂਟ, ਜਿਸ ਨੂੰ ਆਪਾਂ ਘਟਪਰਨੀ ਵੀ ਕਹਿੰਦੇ ਹਾਂ। ਸਵਾਲ ਇਹ ਹੈ ਕਿ ਪੌਦਾ ਕੀੜੇ ਮਕੌੜੇ ਕਿਉਂ ਖਾਂਦਾ ਹੈ। ਇਸ ਦਾ ਸਿੱਧਾ ਜਵਾਬ ਇਹ ਹੈ ਕਿ ਇਹ ਅਜੇ ਹੀ ਮਿੱਟੀ ਵਿੱਚ ਉੱਗਦਾ ਹੈ ਜਿੱਥੇ ਨਾਈਟ੍ਰੋਜਨ ਦੀ ਕਮੀ ਹੁੰਦੀ ਹੈ। ਸੋ ਆਪਣੀ ਨਾਈਟ੍ਰੋਜਨ ਦੀ ਜ਼ਰੂਰਤ ਨੂੰ ਪੂਰਾ ਕਰਨ ਲਈ ਇਹ ਕੀੜਿਆਂ ਨੂੰ ਫੜ ਕੇ ਪਚਾਉਂਦਾ ਹੈ। ਆਪਾਂ 10 ਵਿਸ਼ਿਆਂ ਦੀ ਪਹਿਚਾਣ ਤਾਂ ਕਰ ਲਈ, ਪਰ ਅਸਲੀ ਖੇਡ ਹੁਣ ਸ਼ੁਰੂ ਹੁੰਦੀ ਹੈ। ਹੁਣ ਵਾਰੀ ਹੈ ਉਸ ਸਭ ਤੋਂ ਵੱਡੇ ਰਾਜ਼ ਨੂੰ ਜਾਣਨ ਦੀ, ਜਿਸ ਤੋਂ ਬਿਨਾਂ ਇਹ ਸਾਰੀ ਪੜ੍ਹਾਈ ਵੀ ਅਧੂਰੀ ਰਹਿ ਸਕਦੀ ਹੈ। ਇਹ ਇੱਕ ਅਜਿਹਾ ਨਿਯਮ ਹੈ ਜੋ ਤੁਹਾਡੀ ਤਿਆਰੀ ਦੀ ਪੂਰੀ ਦਿਸ਼ਾ ਬਦਲ ਦੇਵੇਗਾ। ਇਹ ਗੱਲ ਸ਼ਾਇਦ ਤੁਹਾਨੂੰ ਹੈਰਾਨ ਕਰ ਦੇਵੇ, ਪਰ ਇਹ ਬਿਲਕੁਲ ਸੱਚ ਹੈ। ਸੀਟੈਟ ਸਾਇੰਸ ਦੇ ਲਗਭਗ ਅੱਧੇ ਸਵਾਲ ਕਿਤਾਬ ਦੇ ਮੁੱਖ ਪਾਠ ਵਿੱਚੋਂ ਨਹੀਂ ਬਣਾਏ ਜਾਂਦੇ। ਉਹ ਇੱਕ ਖਾਸ ਜਗ੍ਹਾ ਤੋਂ ਸਿੱਧੇ ਕਾਪੀ ਕੀਤੇ ਜਾਂਦੇ ਨੇ, ਜਿਸ ਨੂੰ ਅਸੀਂ ਅਕਸਰ ਪੜ੍ਹਦੇ ਹੋਏ ਛੱਡ ਦਿੰਦੇ ਹਾਂ। ਤਾਂ ਫਿਰ ਉਹ ਅਸਲੀ ਖਜ਼ਾਨਾ ਕਿੱਥੇ ਲੁਕਿਆ ਹੈ? ਉਹ ਹੈ NCERT ਕਿਤਾਬਾਂ ਦੇ ਹਰ ਅਧਿਆਇ ਵਿੱਚ ਦਿੱਤੇ ਗਏ ਐਕਟੀਵਿਟੀ ਬਾਕਸ ਅਤੇ ਬੁੱਝੋ ਤੇ ਪਹੇਲੀ ਦੇ ਸਵਾਲ। ਇਹਨਾਂ ਤੇ ਸਭ ਤੋਂ ਵੱਧ ਧਿਆਨ ਦੇਣ ਦੀ ਲੋੜ ਹੈ। ਇੱਕ ਉਦਾਹਰਨ ਲੈਂਦੇ ਹਾਂ। ਮਾਚਿਸ ਦੀ ਤੀਲੀ ਤੇ ਲਾਲ ਫਾਸਫੋਰਸ ਦੀ ਵਰਤੋਂ ਹੁੰਦੀ ਹੈ। ਇਹ ਗੱਲ ਮੁੱਖ ਪਾਠ ਵਿੱਚ ਨਹੀਂ, ਸਗੋਂ ਇੱਕ ਛੋਟੇ ਜਿਹੇ ਬਾਕਸ ਵਿੱਚ ਲਿਖੀ ਹੋਈ ਹੈ। ਜਿਨ੍ਹਾਂ ਨੇ ਉਹ ਬਾਕਸ ਪੜ੍ਹਿਆ ਸੀ, ਉਹਨਾਂ ਦਾ 1 ਨੰਬਰ ਪੱਕਾ ਹੋ ਗਿਆ। ਠੀਕ ਹੈ, ਤਾਂ ਹੁਣ ਸਾਡੇ ਕੋਲ ਪੂਰਾ ਨਕਸ਼ਾ ਵੀ ਹੈ ਤੇ ਖਜ਼ਾਨੇ ਦਾ ਪਤਾ ਵੀ। ਆਓ ਇੱਕ ਵਾਰ ਫਟਾਫਟ ਇਸ ਪੂਰੀ ਰਣਨੀਤੀ ਨੂੰ ਇਕੱਠਾ ਕਰਕੇ ਦੇਖੀਏ ਤਾਂ ਜੋ ਤੁਹਾਡਾ ਮਿਸ਼ਨ ਬਿਲਕੁਲ ਸਾਫ਼ ਹੋ ਜਾਵੇ। ਇਹ ਟੇਬਲ ਸਮਝੋ ਤੁਹਾਡਾ ਮਾਸਟਰ ਪਲਾਨ ਹੈ। ਫਿਜ਼ਿਕਸ ਵਿੱਚ ਅਸਲ ਜ਼ਿੰਦਗੀ ਦੀਆਂ ਐਪਲੀਕੇਸ਼ਨਸ ਤੇ ਜ਼ੋਰ ਦੇਣਾ ਹੈ। ਕੈਮਿਸਟਰੀ ਵਿੱਚ ਤਰਕ ਤੇ ਮੁੱਖ ਤੱਤਾਂ ਤੇ। ਬਾਇਓਲੋਜੀ ਵਿੱਚ ਖਾਸ ਸਿਸਟਮ ਅਤੇ ਬਿਮਾਰੀਆਂ ਤੇ ਸਭ ਤੋਂ ਉੱਪਰ ਉਹ ਯੂਨੀਵਰਸਲ ਨਿਯਮ। NCERT ਦੇ ਐਕਟੀਵਿਟੀ ਬਾਕਸ ਨੂੰ ਹਮੇਸ਼ਾ ਪਹਿਲ ਦੇਣੀ ਹੈ। ਤਾਂ ਹੁਣ ਚੋਣ ਬਿਲਕੁਲ ਸਾਫ਼ ਹੈ ਕਿ ਪੂਰੀ ਕਿਤਾਬ ਨੂੰ ਬਿਨਾਂ ਕਿਸੇ ਦਿਸ਼ਾ ਦੇ ਪੜ੍ਹਨਾ ਹੈ ਜਾਂ ਫਿਰ ਇਹਨਾਂ 10 ਚੁਣੇ ਹੋਏ ਵਿਸ਼ਿਆਂ ਅਤੇ NCERT ਬਾਕਸਾਂ ਤੇ ਧਿਆਨ ਕੇਂਦਰਿਤ ਕਰਕੇ ਸਮਾਰਟ ਤਰੀਕੇ ਨਾਲ 20 ਤੋਂ ਵੱਧ ਅੰਕਾਂ ਦੀ ਨੀਂਹ ਰੱਖਣੀ ਹੈ। ਫੈਸਲਾ ਤੁਹਾਡਾ ਹੈ। ਚਲੋ ਮੰਨ ਲਿਆ ਕਿ ਤੁਸੀਂ ਪੇਪਰ ਪਾਸ ਕਰਕੇ ਇੱਕ ਅਧਿਆਪਕ ਬਣ ਜਾਂਦੇ ਹੋ। ਇੱਕ ਅਧਿਆਪਕ ਦਾ ਬਹੁਤ ਵੱਡਾ ਕੰਮ ਬੱਚਿਆਂ ਦਾ ਮੁਲਾਂਕਣ ਕਰਨਾ ਵੀ ਹੁੰਦਾ ਹੈ। CCE ਯਾਨੀ ਕੰਟੀਨਿਊਅਸ ਐਂਡ ਕੰਪਰੀਹੈਂਸਿਵ ਇਵੈਲੂਏਸ਼ਨ ਕੀ ਚੀਜ਼ ਹੈ? ਕਿ ਸਾਲ ਦੇ ਅਖੀਰ ਵਿੱਚ ਸਿਰਫ ਇੱਕ ਪੇਪਰ ਲੈ ਕੇ ਬੱਚੇ ਦੀ ਕਾਬਲੀਅਤ ਦਾ ਫੈਸਲਾ ਕਰਨਾ ਸਹੀ ਹੈ? ਇਹਨਾਂ ਸਾਰੇ ਸਵਾਲਾਂ ਦੇ ਜਵਾਬ ਆਪਾਂ ਆਪਣੇ ਅਗਲੇ ਵਿਸ਼ਲੇਸ਼ਣ ਵਿੱਚ ਲੱਭਾਂਗੇ। ਸਾਡੇ ਨਾਲ ਜੁੜੇ ਰਹੋ।